ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਮੇਰੀ ਨਮਸਕਾਰ, ਰਾਮ ਰਾਮ, ਸਤਿ ਸ਼੍ਰੀ ਅਕਾਲ। ਕੁਝ ਤੁਹਾਡੇ ਸਵਾਲ ਹਨ ਜਿਨ੍ਹਾਂ ਦੇ ਮੈਂ ਜਵਾਬ ਦੇਣ ਜਾ ਰਿਹਾ ਹਾਂ। ਕੁਝ ਸਵਾਲ ਤੁਸੀਂ ਮੈਨੂੰ ਸਿੱਧੇ ਪੁੱਛਦੇ ਹੋ ਤਾਂ ਕੁਝ ਤੁਸੀਂ ਉਹਨਾਂ ਸਭ ਲੋਕਾਂ ਤੋਂ ਪੁੱਛਦੇ ਹੋ ਹਨ ਜੋ ਕਿ ਮੇਰੀ ਸਪੋਰਟ ਦੇ ਵਿੱਚ ਹਨ। ਜੋ ਮੇਰੀ ਸਪੋਰਟ ਦੇ ਵਿੱਚ ਹਨ, ਕੁਝ ਮੈਨੂੰ ਉਹਨਾਂ ਦੁਆਰਾ ਤੁਹਾਡੇ ਮੈਸੇजेस, ਤੁਹਾਡੇ ਸਵਾਲ ਪਹੁੰਚਦੇ ਹਨ ਅਤੇ ਕੁਝ ਤੁਸੀਂ ਮੈਨੂੰ ਸਿੱਧੇ ਵੀ ਪੁੱਛ ਲੈਂਦੇ ਹੋ। ਤੁਹਾਡਾ ਪਹਿਲਾ ਸਵਾਲ, ਪਿਛਲੀ ਵਾਰ ਸਨ 2018 ਦੇ ਵਿੱਚ ਮੈਂ ਚੋਣ ਹਾਰ ਗਿਆ ਅਤੇ ਸਭ ਤੋਂ ਘੱਟ ਵੋਟਾਂ ਲੈਣ ਵਾਲਾ ਮੈਂ ਕੈਂਡੀਡੇਟ ਸੀ। 5 ਕੈਂਡੀਡੇਟ ਮੈਦਾਨ ਵਿੱਚ ਸਨ ਅਤੇ ਸਭ ਤੋਂ ਘੱਟ ਵੋਟਾਂ ਜੋ ਸਨ ਉਹ ਮੇਰੀਆਂ ਸਨ। ਜਿੰਨੀਆਂ ਵੋਟਾਂ ਪੋਲ ਹੋਈਆਂ ਉਸ ਦਾ ਲਗਭਗ 1.5% ਵੋਟਾਂ ਹੀ ਮੈਨੂੰ ਮਿਲੀਆਂ। ਖੋਲ੍ਹ ਕੇ ਦੱਸ ਦਿੰਦਾ ਹਾਂ, ਪਿੰਡ ਦੇ ਵਿੱਚੋਂ ਕੁੱਲ ਮੈਨੂੰ 25 ਵੋਟਾਂ ਮਿਲੀਆਂ, ਜਦੋਂ ਕਿ 1500 ਕੁਝ ਵੋਟਾਂ ਪੋਲ ਹੋਈਆਂ ਸਨ। ਤੁਹਾਡਾ ਸਵਾਲ ਹੈ, ਜਦੋਂ ਮੈਨੂੰ ਵੋਟਾਂ ਬੜੀਆਂ ਘੱਟ ਮਿਲੀਆਂ ਫਿਰ ਵੀ ਮੈਂ ਲੜਾਈ ਕਿਉਂ ਲੜ ਰਿਹਾ ਹਾਂ, ਮੈਂ ਦੁਬਾਰਾ ਇਲੈਕਸ਼ਨ ਕਿਉਂ ਲੜ ਰਿਹਾ ਹਾਂ? ਉਸ ਸਵਾਲ ਦਾ ਜਵਾਬ, ਮੈਂ ਇਲੈਕਸ਼ਨ ਲੜਨ ਲਈ ਇਲੈਕਸ਼ਨ ਨਹੀਂ ਲੜਦਾ। ਮੈਂ ਇਲੈਕਸ਼ਨ ਲੜਦਾ ਹਾਂ ਤੁਹਾਡੇ ਹੱਕ ਲਈ। ਮੈਂ ਇਲੈਕਸ਼ਨ ਲੜਦਾ ਹਾਂ ਤੁਹਾਨੂੰ ਜਾਗਰਿਤ ਕਰਨ ਲਈ। ਮੈਂ ਇਲੈਕਸ਼ਨ ਲੜਦਾ ਹਾਂ ਕਿ ਤੁਹਾਨੂੰ ਪੰਚਾਇਤ ਬਾਰੇ ਗਿਆਨ ਹੋਵੇ, ਤੁਹਾਨੂੰ ਆਪਣੇ ਹੱਕਾਂ ਦਾ, ਅਧਿਕਾਰਾਂ ਦਾ ਪਤਾ ਚੱਲੇ, ਸਵਾਲ ਚੁੱਕਣ ਦੀ ਹਿੰਮਤ ਤੁਹਾਡੇ ਵਿੱਚ ਆਵੇ, ਇਲੈਕਸ਼ਨ ਦੇ ਵਿੱਚ ਖੜ੍ਹੇ ਹੋਣ ਦੀ ਹਿੰਮਤ ਤੁਹਾਡੇ ਵਿੱਚ ਆਵੇ। ਮੇਰੇ ਇਲੈਕਸ਼ਨ ਲੜਨ ਤੋਂ ਪਹਿਲਾਂ ਬੜੇ ਘੱਟ ਲੋਕ ਸਨ ਜੋ ਸੋਚਦੇ ਸਨ ਕਿ ਉਹ ਇਲੈਕਸ਼ਨ ਲੜਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਬੜੀ ਵੱਡੀ ਲੜਾਈ ਹੈ, ਅਸੀਂ ਨਹੀਂ ਲੜ ਪਾਵਾਂਗੇ। ਤੁਹਾਡੀਆਂ ਮੈਨੂੰ ਜਿੰਨੀਆਂ ਵੀ ਵੋਟਾਂ ਪਿਛਲੀ ਵਾਰ ਮਿਲੀਆਂ ਮੈਂ ਉਹਨਾਂ ਨੂੰ ਪੋਜ਼ੀਟਿਵਲੀ ਲਿਆ। ਕੁਝ ਕਾਰਨ ਵੀ ਸਨ। ਪਿਛਲੇ 2018 ਦੇ ਵਿੱਚ ਮੈਂ ਸਿਹਤ ਨਾ ਠੀਕ ਹੋਣ ਕਰਕੇ ਤੁਹਾਡੇ ਤੱਕ ਅਪਰੋਚ ਅੱਛੀ ਤਰ੍ਹਾਂ ਨਹੀਂ ਹੋਈ। ਕੁਝ ਲੋਕਾਂ ਨੂੰ ਐਂਡ ਤੱਕ ਇਹ ਸੀ ਕਿ ਇਹ ਕੈਂਡੀਡੇਟ ਇਲੈਕਸ਼ਨ ਨਹੀਂ ਲੜੇਗਾ, ਸਿਰਫ ਫਾਈਲ ਲਗਾਈ ਹੈ, ਬਾਅਦ ਵਿੱਚ ਇਹ ਫਾਈਲ ਚੁੱਕ ਲਵੇਗਾ। ਬਾਅਦ ਵਿੱਚ ਜਦੋਂ ਮੈਂ ਇਲੈਕਸ਼ਨ ਲੜਿਆ ਤਾਂ ਕੌਨਫੀਡੈਂਸ ਤੁਹਾਡੇ ਵਿੱਚ ਵੀ ਆਇਆ ਹੋਵੇਗਾ ਕਿ ਕੈਂਡੀਡੇਟ ਨੇ ਇਲੈਕਸ਼ਨ ਲੜਿਆ ਹੈ। ਮੈਂ ਮੁੱਦਿਆਂ ਉੱਤੇ ਇਲੈਕਸ਼ਨ ਲੜਦਾ ਹਾਂ। ਵੋਟ ਦੇਣਾ ਨਾ ਦੇਣਾ ਉਹ ਤੁਹਾਡੀ ਮਰਜ਼ੀ ਹੈ। ਤੁਹਾਨੂੰ, ਮੇਰਾ ਕੰਮ ਹੈ ਜਾਗਰਿਤ ਕਰਨਾ, ਦੱਸਣਾ, ਬਾਕੀ ਵੋਟ ਤੁਸੀਂ ਕਿਸ ਨੂੰ ਦੇਣੀ ਹੈ, ਤੁਹਾਨੂੰ ਕੌਣ ਕੈਂਡੀਡੇਟ ਬਿਹਤਰ ਲੱਗਦਾ ਹੈ, ਉਹ ਮਰਜ਼ੀ ਤਾਂ ਜਿਸ ਦੀ ਵੋਟ ਹੈ ਉਸ ਦੀ ਹੈ। ਵੋਟ ਦੇਣ ਤੋਂ ਪਹਿਲਾਂ ਇਸ ਵਾਰੀ ਵੀ ਮੇਰਾ ਸੁਝਾਅ ਹੈ, ਸਨ 2024 ਦੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖੋ। ਜਾਤ, ਧਰਮ, ਖੇਤਰ ਦੇ ਆਧਾਰ 'ਤੇ ਵੋਟ ਨਾ ਦਿਓ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਅਪਣਾਉਂਦੇ ਹਾਂ ਤਾਂ ਅਸੀਂ ਪਿੰਡ ਨੂੰ ਬਹੁਤ ਪਿੱਛੇ ਕਰ ਦਿੰਦੇ ਹਾਂ। ਰਾਜਨੀਤੀ ਵਿੱਚ ਜੇਕਰ ਅਸੀਂ ਆਪਣੇ ਦੇਸ਼ ਨੂੰ ਪੜਾਉਂਦੇ ਹਾਂ ਤਾਂ ਦੇਸ਼ ਪਿੱਛੇ ਜਾਂਦਾ ਹੈ, ਪ੍ਰਾਂਤ ਨੂੰ ਪੜਾਉਂਦੇ ਹਾਂ ਤਾਂ ਪ੍ਰਾਂਤ ਪਿੱਛੇ ਜਾਂਦਾ ਹੈ। ਕੰਮ ਕਰਨ ਵਾਲੇ ਲੋਕਾਂ ਨੂੰ ਵੋਟ ਦਿਓ, ਮੁੱਦਿਆਂ ਦੇ ਆਧਾਰ 'ਤੇ ਵੋਟ ਦਿਓ। ਕੈਂਡੀਡੇਟ ਜੋ ਲੱਗਦਾ ਹੈ ਕਹੇਗਾ ਉਹ ਕਰੇਗਾ, ਉਸ ਨੂੰ ਵੋਟ ਦਿਓ ਅਤੇ ਉਸ ਨੂੰ ਆਪਣੇ ਸਵਾਲ ਕਰੋ। ਕੋਈ ਕਹਿੰਦਾ ਹੈ ਉਸ ਕੈਂਡੀਡੇਟ ਨੂੰ ਇੰਨੀਆਂ ਵੋਟਾਂ ਮਿਲਣੀਆਂ ਹਨ, ਘੱਟ ਵੋਟਾਂ ਮਿਲਣੀਆਂ ਹਨ, ਤੁਸੀਂ ਉਸ ਆਪਣੀ ਵੋਟ ਉਸ ਦੇ ਡਿੱਬੇ ਵਿੱਚ ਪਾ ਕੇ ਵੋਟ ਖਰਾਬ ਹੀ ਕਰੋਗੇ। ਨਹੀਂ, ਮੇਰੀ ਇਹ ਸੋਚ ਬਿਲਕੁਲ ਨਹੀਂ ਹੈ। ਪਿਛਲੀ ਵਾਰ ਝਬਕਰਾ ਪੰਚਾਇਤ ਦੇ ਵਿੱਚ 4 ਬਟਨ ਨੋਟਾਂ ਦੇ ਦਬਾਏ ਗਏ। 4 ਵੋਟਾਂ ਨੋਟਾਂ ਦੀਆਂ ਸਨ। ਜੋ ਬੈਲਟ ਪੇਪਰ ਸਨ ਸਭ ਤੋਂ ਹੇਠਾਂ ਨਿਸ਼ਾਨ ਨੋਟਾਂ ਦਾ ਹੁੰਦਾ ਹੈ। ਨੋਟਾਂ ਦਾ ਮਤਲਬ, ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦੇਵਾਂ, ਕਿ ਤੁਹਾਨੂੰ ਕੋਈ ਵੀ ਕੈਂਡੀਡੇਟ ਪਸੰਦ ਨਹੀਂ ਹੈ। ਜਦੋਂ ਮੈਂ 4 ਵੋਟਾਂ ਦੇਖੀਆਂ ਤਾਂ ਮੈਨੂੰ ਇਹ ਚੀਜ਼ ਲੱਗੀ ਕਿ ਝਬਕਰੇ ਵਿੱਚ ਕੋਈ 4 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਵੀ ਕੈਂਡੀਡੇਟ ਇਹਨਾਂ ਸਾਰਿਆਂ ਵਿੱਚੋਂ ਪਸੰਦ ਨਹੀਂ ਸੀ, ਵਿੱਚ ਹੀ ਉਹਦੇ ਮੈਂ ਸੀ। ਉਸ ਚੀਜ਼ ਤੋਂ ਮੈਨੂੰ ਕੁਝ ਸਿੱਖਣ ਨੂੰ ਮਿਲਿਆ। ਕੁਝ ਵੋਟਾਂ ਖਰਾਬ ਵੀ ਹੋਈਆਂ, ਜਿਵੇਂ ਕਿ ਕੈਂਸਲ ਹੋ ਜਾਂਦੀਆਂ ਹਨ, ਉਹਨਾਂ ਦੀ ਚਲੋ ਅਲੱਗ ਗੱਲ ਹੈ, ਪਰ ਨੋਟਾਂ 'ਤੇ ਤਾਂ ਤੁਸੀਂ ਮੋਹਰ ਆਪ ਹੀ ਲਗਾਈ ਸੀ। 4 ਲੋਕ ਅਜਿਹੇ ਸਨ ਜਿਨ੍ਹਾਂ ਨੂੰ ਕੋਈ ਵੀ ਕੈਂਡੀਡੇਟ ਪਸੰਦ ਨਹੀਂ। ਮੈਂ ਉਸ ਚੀਜ਼ ਤੋਂ ਸਬਕ ਲਿਆ ਕਿ ਸ਼ਾਇਦ ਇਹਨਾਂ ਦੀ ਸੋਚ ਬਾਕੀ ਆਮ ਪਬਲਿਕ ਤੋਂ ਹਟ ਕੇ ਹੈ। ਇਹ ਕੁਝ ਹੋਰ ਉਮੀਦਵਾਰ ਚਾਹੁੰਦੇ ਸਨ, ਕੁਝ ਹੋਰ ਨਵਾਂ ਚਾਹੁੰਦੇ ਸਨ, ਉਹ ਇਹਨਾਂ ਨੂੰ ਨਹੀਂ ਮਿਲਿਆ। 4 ਲੋਕ ਇਸ ਸੋਚਦੇ ਸਨ। ਤੁਹਾਡੀ ਵੋਟ ਖਰਾਬ ਕਦੇ ਨਹੀਂ ਹੁੰਦੀ। ਤੁਸੀਂ ਆਪਣੀ ਇੱਕ ਵੀ ਵੋਟ ਕਿਸੇ ਵੀ ਡਿੱਬੇ ਵਿੱਚ ਪਾਉਂਦੇ ਹੋ ਤਾਂ ਕੈਂਡੀਡੇਟ ਦਾ ਮਨੋਬਲ ਵੱਧਦਾ ਹੈ।
ਸਮਾਜ ਵਿੱਚ ਉਸ ਦੀ ਪ੍ਰਤਿਸ਼ਠਾ ਵੱਧਦੀ ਹੈ। ਲੋਕ ਉਸ ਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਦੇਖਦੇ ਹਨ ਕਿ ਇਸ ਵਿਅਕਤੀ ਨੇ ਇੰਨੀਆਂ ਵੋਟਾਂ ਲਈਆਂ ਹਨ, ਚਾਹੇ ਉਹ ਕੈਂਡੀਡੇਟ ਹਾਰ ਹੀ ਜਾਵੇ। ਹਾਰਨ ਤੋਂ ਬਾਅਦ ਵੀ ਉਸ ਨੂੰ ਇੱਕ ਮਨੋਬਲ ਮਿਲਦਾ ਹੈ ਕਿ ਉਸ ਦੇ ਪਿੰਡ ਵਿੱਚੋਂ ਇੰਨੇ ਆਦਮੀ ਉਸ ਨਾਲ ਖੜੇ ਹਨ, ਉਸ ਦੀ ਸੋਚਦੇ ਹਨ, ਉਸ ਨੂੰ ਚਾਹੁੰਦੇ ਹਨ, ਉਹ ਬਦਲਾਅ ਚਾਹੁੰਦੇ ਹਨ ਪਿੰਡ ਦੇ ਵਿੱਚ। ਅਸੀਂ ਆਮ ਸੁਣਦੇ ਹਾਂ ਕਿ ਇੱਕ ਵੋਟ ਨਾਲ ਕੁਝ ਨਹੀਂ ਹੁੰਦਾ, ਪਰ ਮੈਂ ਇੱਥੇ ਕਹਾਂਗਾ ਤੁਹਾਡੀ ਇੱਕ ਇੱਕ ਵੋਟ ਮੇਰੇ ਲਈ ਕੀਮਤੀ ਹੈ। ਜੇਕਰ ਤੁਸੀਂ ਆਪਣੇ ਪਰਿਵਾਰ ਦੇ ਵਿੱਚੋਂ ਮੇਰੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕੁਝ ਨਵਾਂ ਝਬਕਰੇ ਲਈ ਸੋਚਦੇ ਹੋ, ਕੁਝ ਤਰੱਕੀ ਸੋਚਦੇ ਹੋ, ਚਾਹੁੰਦੇ ਹੋ ਕਿ ਕੁਝ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਮੈਂ ਬੋਲਦਾ ਹਾਂ, ਤਾਂ ਤੁਹਾਡੀ ਇੱਕ ਵੋਟ ਵੀ ਮੇਰੇ ਲਈ ਬੜੀ ਵੈਲਿਊਏਬਲ ਹੈ। ਤੁਹਾਡੀ ਇੱਕ ਵੋਟ ਵੀ ਮੇਰੇ ਲਈ ਇੱਕ ਨਹੀਂ ਹੋਵੇਗੀ, 1.25 ਲੱਖ ਹੋਵੇਗੀ। ਕਿੰਨੀਆਂ ਵੋਟਾਂ ਮੈਂ ਇਸ ਵਾਰ ਆਪਣੇ ਡਿੱਬੇ ਵਿੱਚੋਂ ਕੱਢਦਾ ਹਾਂ ਇਹ ਤਾਂ 15 ਅਕਤੂਬਰ ਨੂੰ ਪਤਾ ਚੱਲੇਗਾ, ਪਰ ਤੁਹਾਡੀ ਇੱਕ ਇੱਕ ਵੋਟ ਦਾ ਮੇਰੇ ਡਿੱਬੇ ਵਿੱਚ ਸਵਾਗਤ ਹੈ। ਦੂਸਰਾ, ਸਾਡੇ ਘਰ ਦੇ ਵਿੱਚੋਂ ਕੋਈ ਕਿਸੇ ਤੋਂ ਪ੍ਰਭਾਵਿਤ ਹੋ ਕੇ, ਕੋਈ ਕਿਸੇ ਤੋਂ ਪ੍ਰਭਾਵਿਤ ਹੋ ਕੇ, ਕੋਈ ਕਿਸੇ ਤੋਂ ਪ੍ਰਭਾਵਿਤ ਹੋ ਕੇ ਵੋਟ ਦਿੰਦਾ ਹੈ, ਪਰ ਜੇਕਰ ਤੁਸੀਂ ਮੇਰੇ ਤੋਂ ਪਰਸਨਲੀ ਪ੍ਰਭਾਵਿਤ ਹੋ ਤਾਂ ਮੈਨੂੰ ਵੋਟ ਦਿੰਦੇ ਹੋ, ਤਾਂ ਉਸ ਵੋਟ ਦਾ ਮੇਰੇ ਡਿੱਬੇ ਵਿੱਚ ਪੂਰਾ ਸਵਾਗਤ ਹੈ। ਮੈਂ ਕਦੀ ਨਹੀਂ ਚਾਹੁੰਦਾ ਕਿ ਤੁਸੀਂ ਮੇਰੇ ਕਰਕੇ ਆਪਣੇ ਘਰ ਦੇ ਵਿੱਚ ਵੀ ਕਹੋ ਕਿ ਉਸ ਨੂੰ ਹੀ ਵੋਟ ਦੇਵੋ। ਜੋ ਮੇਰੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਉਹ ਮੈਨੂੰ ਵੋਟ ਦੇਵੇ, ਜੋ ਨਹੀਂ ਹੈ ਉਸ ਨੂੰ ਜੋ ਵੀ ਕੈਂਡੀਡੇਟ ਚੰਗਾ ਲੱਗਦਾ ਹੈ ਉਸ ਨੂੰ ਵੋਟ ਦੇਵੋ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਇਲੈਕਸ਼ਨ ਦੇ ਵਿੱਚ ਮੈਨੂੰ ਕਿਸੇ ਨੇ ਵੋਟ ਦਿੱਤੀ ਜਾਂ ਨਹੀਂ ਦਿੱਤੀ, ਸੰਬੰਧ ਮੇਰੇ ਸਾਰਿਆਂ ਨਾਲ ਉਸੇ ਤਰ੍ਹਾਂ ਦੇ ਇਲੈਕਸ਼ਨ ਤੋਂ ਬਾਅਦ ਵੀ ਰਹਿਣਗੇ। ਹੁਣ ਤੱਕ ਇਹ ਵੀਡੀਓ ਜੋ ਰਿਕਾਰਡ ਹੋ ਰਹੀ ਹੈ 9 ਅਕਤੂਬਰ 2024 ਨੂੰ ਰਿਕਾਰਡ ਹੋ ਰਹੀ ਹੈ। ਹੁਣ ਤੱਕ ਮੈਂ ਕਿਸੇ ਨੂੰ ਵੀ ਪਰਸਨਲੀ ਨਹੀਂ ਕਿਹਾ ਕਿ ਮੈਨੂੰ ਵੋਟ ਦਿਓ। ਤੁਹਾਡੇ ਵਿੱਚੋਂ ਕੁਝ ਲੋਕ ਮੈਨੂੰ ਰਸਤੇ ਵਿੱਚ ਮਿਲੇ ਹਨ, ਹਾਲ ਚਾਲ ਉਹਨਾਂ ਨੇ ਵੀ ਪੁੱਛਿਆ ਅਤੇ ਮੈਂ ਵੀ ਪੁੱਛਿਆ, ਪਰ ਮੈਂ ਉਹਨਾਂ ਨੂੰ ਵੋਟ ਲਈ ਬਿਲਕੁਲ ਵੀ ਮੰਗ ਨਹੀਂ ਕੀਤੀ। ਜੇ ਕਿਸੇ ਨੇ ਤੁਹਾਡੇ ਵਿੱਚੋਂ ਮੈਨੂੰ ਚੋਣ ਨਿਸ਼ਾਨ ਪੁੱਛਿਆ ਤਾਂ ਮੈਂ ਜ਼ਰੂਰ ਦੱਸਿਆ ਜੀ ਪੈਨ ਸਟੈਂਡ ਮੇਰਾ ਚੋਣ ਨਿਸ਼ਾਨ ਹੈ, ਪਰ ਮੈਂ ਵੋਟ ਲਈ ਕਿਸੇ ਨੂੰ ਨਹੀਂ ਕਿਹਾ। ਕਾਰਨ ਮੈਂ ਲੋਕਤਾਂਤਰਿਕ ਤਰੀਕੇ ਨਾਲ ਤੁਹਾਡੇ ਤੋਂ ਵੋਟ ਮੰਗਣੀ ਚਾਹੁੰਦਾ ਹਾਂ, ਚਾਹੇ ਉਹ ਸੋਸ਼ਲ ਮੀਡੀਆ 'ਤੇ ਮੰਗਾ, ਚਾਹੇ ਤੁਹਾਡੇ ਘਰ ਆ ਕੇ ਮੰਗਾ। ਤੁਹਾਡੇ ਘਰ ਵੀ ਮੈਂ ਕੁਝ ਮੁੱਦੇ ਹੀ ਲੈ ਕੇ ਆਵਾਂਗਾ ਜੋ ਕਿ ਮੈਂ ਝਬਕਣ ਲਈ ਕਰਾਂਗਾ। ਜੇਕਰ ਤੁਹਾਨੂੰ ਲੱਗੇ ਕਿ ਉਹ ਮੁੱਦੇ ਸਹੀ ਹਨ, ਉਹ ਕੰਮ ਹੋਣੇ ਚਾਹੀਦੇ ਹਨ, ਅਤੇ ਤੁਹਾਨੂੰ ਲੱਗੇ ਕਿ ਕੈਂਡੀਡੇਟ ਵਾਕਈ ਹੀ ਕੰਮ ਕਰ ਸਕਦਾ ਹੈ, ਤਾਂ ਤੁਸੀਂ ਮੈਨੂੰ ਵੋਟ ਦਿਓ। ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਕੰਮ ਨਹੀਂ ਹੋਣੇ ਚਾਹੀਦੇ, ਜਾਂ ਤੁਹਾਨੂੰ ਲੱਗੇ ਕਿ ਸ਼ਾਇਦ ਇਹ ਕੈਂਡੀਡੇਟ ਉਹਨਾਂ ਕੰਮਾਂ ਨੂੰ ਨਹੀਂ ਕਰ ਸਕਦਾ, ਪ੍ਰੈਕਟੀਕਲ ਜਾਮਾ ਨਹੀਂ ਪਹਿਨਾ ਸਕਦਾ, ਤਾਂ ਮੈਨੂੰ ਵੋਟ ਨਾ ਦਿਓ। ਤੁਹਾਨੂੰ ਜੋ ਪਸੰਦ ਹੈ ਉਸ ਨੂੰ ਵੋਟ ਦੇਵੋ, ਪਰ 2024 ਦੇ ਵਿੱਚ ਵੋਟਾਂ ਬਿਲਕੁਲ ਸੋਚ ਕੇ ਇੱਕ ਇੱਕ ਵੋਟ ਸੋਚ ਕੇ ਦੇਵੋ। ਇੱਕ ਇੱਕ ਵੋਟ ਦਾ ਤੁਹਾਡੀ ਦਾ ਮੁੱਲ ਹੈ। ਜੋ ਕੁਝ ਵੀ ਤੁਹਾਡੇ ਕੋਲ ਤੁਹਾਡੀ ਵੋਟ ਨੂੰ ਪ੍ਰਭਾਵਿਤ ਕਰਨ ਲਈ ਹਰ ਕੈਂਡੀਡੇਟ ਆਉਂਦਾ ਹੈ, ਮੈਂ ਵੀ ਆਵਾਂਗਾ, ਦੂਸਰੇ ਵੀ ਆਉਂਦੇ ਹਨ, ਉਹ ਤੁਹਾਨੂੰ ਆਪਣੇ ਢੰਗ ਨਾਲ ਮੋਡੀਫਾਈ ਕਰਦਾ ਹੈ, ਆਪਣੇ ਢੰਗ ਨਾਲ ਸਾਈਕੋਲੋਜੀਕਲੀ ਪ੍ਰਭਾਵਿਤ ਕਰਦਾ ਹੈ ਕਿ ਮੈਨੂੰ ਵੋਟ ਦੇਵੋ, ਇਸ ਤਰ੍ਹਾਂ ਉਸਦੇ ਆਪਣੇ ਮੁੱਦੇ ਹਨ। ਜੇਕਰ ਤਾਂ ਉਹਨਾਂ ਮੁੱਦਿਆਂ ਵਿੱਚ ਜਾਣ ਹੈ ਤਾਂ ਵੋਟ ਦਾ ਇਸਤੇਮਾਲ ਉਸਦੇ ਹੱਕ 'ਚ ਕਰੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਗੱਲ ਮੁੱਦਿਆਂ ਦੀ ਨਹੀਂ ਹੈ, ਗੱਲ ਤਾਂ ਸਿਰਫ ਹੱਥ ਜੋੜਨ ਦੀ ਹੈ, ਗੱਲ ਵੋਟਾਂ ਲੈਣ ਦੀ ਹੈ, ਗੱਲ ਸਾਡਾ ਖਿਆਲ ਰੱਖਣ ਤੱਕ ਦੀ ਹੈ, ਤਾਂ ਫਿਰ ਮੈਨੂੰ ਲੱਗਦਾ ਕਿ ਸਾਨੂੰ ਆਪਣੀ ਵੋਟ ਦਾ ਪ੍ਰਯੋਗ ਦੇਖ ਸੁਣ ਕੇ ਕਰਨਾ ਚਾਹੀਦਾ ਹੈ। ਹਰ ਕੈਂਡੀਡੇਟ ਤੋਂ ਸਵਾਲ ਕਰੋ ਜੋ ਤੁਹਾਡੇ ਮਨ ਵਿੱਚ ਹਨ, ਕਿਉਂਕਿ ਮੌਕਾ ਅੱਜ ਹੈ। ਮੇਰੀ ਫਿਤਰਤ ਰਹੀ ਹੈ, ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ, ਕੈਂਡੀਡੇਟ ਜੇਕਰ ਮੇਰੇ ਕੋਲ ਕੋਈ ਆ ਜਾਂਦਾ ਹੈ, ਚਾਹੇ ਉਹ MLA ਦੀ ਚਾਹੇ MP ਦੀ ਚੋਣ ਲੜ ਰਿਹਾ, ਤਾਂ ਮੈਂ ਅੱਜ ਤੱਕ ਉਸ ਅੱਗੇ ਸਵਾਲ ਰੱਖੇ ਹਨ, ਪਾਰਟੀ ਉਸਦੀ ਕੋਈ ਵੀ ਹੋਵੇ। ਝਬਕਰਾ ਪਿੰਡ ਦੇ ਕਿਸੇ ਵਿਅਕਤੀ ਦੁਆਰਾ ਮੈਨੂੰ ਟੋਕਿਆ ਗਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਕੈਂਡੀਡੇਟ ਨੇ ਕਦੀ ਨਹੀਂ ਟੋਕਿਆ। ਉਸ ਨੂੰ ਲੱਗਦਾ ਕਿ ਸਵਾਲ ਵਿੱਚ ਦਮ ਹੈ। ਤੁਹਾਡਾ ਕਲਿਆਣ ਜਾਂ ਮੇਰਾ ਕਲਿਆਣ ਜਾਂ ਆਮ ਲੋਕਾਂ ਦਾ ਕਲਿਆਣ ਕੋਈ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਜਾਗ ਨਹੀਂ ਜਾਂਦੇ, ਜਦੋਂ ਤੱਕ ਅਸੀਂ ਆਪਣੀ ਵੋਟ ਲਈ ਅਵੇਅਰ ਨਹੀਂ ਹਾਂ। ਗੱਲ ਕੀ ਹੈ, ਤੁਸੀਂ ਕਿਸੇ ਨੂੰ ਇੱਕ ਵੋਟ ਦਿੱਤੀ ਤਾਂ ਜੇਕਰ ਉਸਨੇ 500 ਤੇ ਜਿੱਤਣਾ ਹੈ ਤਾਂ 499 ਹੀ ਘਟ ਰਹੀਆਂ। ਤੁਸੀਂ ਇੱਕ ਵੋਟ ਦੇ ਕੇ ਉਸ ਦਾ ਜੋ 500 ਵਾਲਾ ਜੋ ਇੱਕ ਲੱਗਾ ਹੋਇਆ ਸੀ ਠੱਪਾ, ਉਹਨੂੰ ਤੋੜ ਦਿੱਤਾ, 1 ਸੈਕਿੰਡ ਤੋਂ ਉਹਨੂੰ ਬਾਹਰ ਕੱਢਿਆ।
ਤੁਸੀਂ 2 ਵੋਟਾਂ ਦਿੱਤੀਆਂ, 498 ਰਹਿ ਗਈਆਂ। ਤੁਹਾਡੀ ਇੱਕ ਵੋਟ ਵੈਲਿਊਏਬਲ ਹੈ। ਇਸ ਦਾ ਪ੍ਰਯੋਗ ਬਿਲਕੁਲ ਸੋਚ ਸਮਝ ਕੇ, ਮੁੱਦਿਆਂ ਦੇ ਆਧਾਰ ਉੱਤੇ, ਕੰਮਾਂ ਦੇ ਆਧਾਰ ਉੱਤੇ ਤੇ ਉਸ ਕੈਂਡੀਡੇਟ ਨੂੰ ਜਿੱਥੇ ਤੁਹਾਡਾ ਦਿਲ ਮੰਨਦਾ ਹੈ। ਇੱਕ ਵਾਰ ਆਪਣੀ ਅੰਤਰ ਆਤਮਾ ਦੀ ਆਵਾਜ਼ ਲਵੋ। ਬਾਹਰ ਦੀ ਹਵਾ ਕੀ ਹੈ ਛੱਡੋ। ਅਸੀਂ ਬਾਹਰ ਗਏ ਹਾਂ, ਲੋਕੀ ਚੌਂਕਾਂ ਵਿੱਚ, ਗਲੀਆਂ ਵਿੱਚ ਕੀ ਕਹਿ ਰਹੇ ਹਨ ਉਸ ਨੂੰ ਸੁਣੋ ਜ਼ਰੂਰ, ਪਰ ਇੱਕ ਵਾਰੀ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣੋ ਕਿ ਮੈਨੂੰ ਇਹ ਵੋਟ ਕਿਸ ਨੂੰ ਦੇਣੀ ਚਾਹੀਦੀ ਹੈ। ਫਿਰ ਆਪਣੀ ਵੋਟ ਦਾ ਪ੍ਰਯੋਗ ਕਰੋ, ਹੱਕ ਵਿੱਚ ਉਹ ਕਿਸੇ ਦੇ ਵੀ ਹੋਵੇ। ਕਿਉਂਕਿ ਮੈਂ ਇਹ ਸਿਰਫ ਝਬਕਰੇ ਵਾਲਿਆਂ ਨੂੰ ਨਹੀਂ, ਬਾਹਰ ਦੇ ਪਿੰਡ ਵਾਲਿਆਂ ਨੂੰ ਵੀ ਕਹਾਂਗਾ ਕਿ ਕੈਂਡੀਡੇਟ ਨੂੰ ਚੁਣਨ ਲੱਗੇ ਭੁੱਲ ਬਿਲਕੁਲ ਨਾ ਕਰੋ। 5 ਸਾਲ ਦਾ ਸਮਾਂ ਛੋਟਾ ਨਹੀਂ ਹੈ, ਦੁਬਾਰਾ 5 ਸਾਲ ਬਾਅਦ ਹੀ ਆਵੇਗਾ। ਚਾਹੇ ਕੁਝ ਵੀ ਕਹਿੰਦੇ ਰਹੋ ਤੁਸੀਂ 5 ਸਾਲ, ਪਰ ਸਮਾਂ ਦੁਬਾਰਾ 5 ਸਾਲ ਬਾਅਦ ਹੀ ਆਵੇਗਾ। ਮੇਰੇ ਕੁਝ ਮੁੱਦੇ ਹਨ, ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਉਹ ਸਾਰੇ ਦੇ ਰਿਹਾ ਹਾਂ। 14-15 ਮੁੱਦਿਆਂ ਦੀ ਲਿਸਟ ਹੈ ਜੋ ਕਿ ਤੁਹਾਡੇ ਪਿੰਡ ਦੇ ਲਈ ਕੰਮ ਕੀਤੇ ਜਾਣਗੇ। ਜੋ ਮੇਰੀ ਸੋਚ ਹੈ ਉਸ ਨੂੰ ਮੈਂ ਉਸ ਵਿੱਚ ਕਿਹਾ ਹੈ। ਬਾਕੀ ਜੇਕਰ ਤੁਹਾਡਾ ਕੋਈ ਸੁਝਾਅ ਉਸ ਵਿੱਚ ਹੋਵੇਗਾ ਤਾਂ ਉਸ ਦਾ ਸਵਾਗਤ ਹੋਵੇਗਾ, ਪਰ ਆਪਣੀ ਵੋਟ ਦੀ ਵਰਤੋਂ ਬਿਲਕੁਲ ਸੋਚ ਸਮਝ ਕੇ ਕਰੋ। ਇੱਕ ਵੋਟ ਬੜੀ ਵੈਲਿਊਏਬਲ ਹੈ ਤੇ ਤੁਹਾਡੀ ਇੱਕ ਵੋਟ ਮੇਰੇ ਲਈ 1.25 ਲੱਖ ਹੈ। ਜਿੰਨੀਆਂ ਵੀ ਮੈਨੂੰ ਇਸ ਵਾਰ ਮਿਲਦੀਆਂ ਹਨ, ਜੇਕਰ ਤਾਂ ਮੈਂ ਵਿਜੇਤਾ ਘੋਸ਼ਿਤ ਹੁੰਦਾ ਹਾਂ, ਸਰਪੰਚ ਬਣਦਾ ਹਾਂ ਮੈਂ ਬਤੌਰ ਝਬਕਰੇ ਦਾ, ਤਾਂ ਮੈਂ ਕੀ ਕਰਾਂਗਾ ਉਸ ਲਈ ਮੇਰੀ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ। ਜੇਕਰ ਨਹੀਂ ਵੀ ਬਣਦਾ ਤਾਂ ਜਿੰਨੀਆਂ ਵੀ ਵੋਟਾਂ ਮੇਰੇ ਡਿੱਬੇ ਦੇ ਵਿੱਚੋਂ ਨਿਕਲਦੀਆਂ ਹਨ, ਉਹਨਾਂ ਸਾਰੇ ਵੋਟਰਾਂ ਦਾ ਮੈਂ ਧੰਨਵਾਦੀ ਹੋਵਾਂਗਾ ਕਿ ਲੋਕ ਕਿਸ ਤਰਫ ਨੂੰ ਜਾ ਰਹੇ ਹਨ ਉਸ ਨੂੰ ਦੇਖਾਂਗਾ। ਇਸ ਚਰਚਾ ਦੇ ਨਾਲ ਮੈਨੂੰ ਦਿਓ ਇਜਾਜ਼ਤ। ਜਲਦ ਮਿਲਦੇ ਹਾਂ ਤੁਹਾਡੇ ਪਿੰਡ ਦੇ ਮੁੱਦਿਆਂ ਦੇ ਨਾਲ। ਜਲਦ ਆਉਂਦਾ ਹਾਂ ਤੁਹਾਡੇ ਘਰ, ਤੁਹਾਡੇ ਆਪਣੇ ਮੁੱਦਿਆਂ ਦੇ ਨਾਲ, ਤੁਹਾਡੀਆਂ ਗੱਲਾਂ ਸੁਣਨ ਲਈ। ਆਪਣੇ ਸਵਾਲ ਜੇਕਰ ਕੋਈ ਵੀ ਹਨ ਉਹਨਾਂ ਨੂੰ ਤਿਆਰ ਰੱਖੋ। ਇਸੇ ਚਰਚਾ ਦੇ ਨਾਲ ਮੈਨੂੰ ਦਿਓ ਇਜਾਜ਼ਤ।